जी बिल्कुल, मैं इस वक्त दरियाए सतलुज के किनारे ते कायम पिंड चंदा सिंह मौजूद हाँ। इत्थे मेरे नाल देहाती भी मौजूद ने। चंदा सिंह पिंड दे विच हर साल जिहड़ा वो सैलाबी सूरत हाल जिहड़ी मॉनसून दे मौसम दे विच ज़्यादा जिहड़ा दोबारा कर लाई यार जी बिल्कुल, मैं दरियाए सतलुज के बिल्कुल किनारे ते कायम चंदा सिंह पिंड दे विच मौजूद हाँ। जदों भी मॉनसून का मौसम आंदा है तो इन्हां देहातियां दे जान ते बन आंदी है ते दरियाए सतलुज के किनारियां दे नाल नाल वसन वाले जिहड़े पिंड ने वो ज़ेरे आब आ जाते हैं और सैलाबी सूरत हाल जिहड़ी है वो जदों भी वधदी है तो देहाती जिहड़े ने परेशान हो जाते हैं। मैं इस वक्त चंदा सिंह के जिहड़े देहाती ने उन्होंने नाल मौजूद हाँ, उन्होंने नाल गल करांगे। पानी की सूरत हाल है जी दसो जी जिवें कि तुसीं वेख रहे ये इंडिया ने दरिया सतलुज ਦੇ ਵਿੱਚ ਪਾਣੀ ਛੱਡ ਦਿੱਤਾ ਹੈ। ਹਾਲੇ ਕਿ ਪਾਣੀ ਥੋੜਾ ਹੈਗਾ ਹੈ, ਮਜ਼ੀਦ ਪਾਣੀ ਆਵੇ ਦਾ ਖਤਰਾ ਹੈਗਾ ਹੈ। ਇਸ ਤੋਂ ਪਹਿਲੇ ਕਿ ਸਾਡੀ ਗਵਰਨਮੈਂਟ ਅੱਗੇ ਅਪੀਲ ਹੈ ਕਿ ਇੱਥੇ ਪਹੁੰਚ ਕੇ ਕੋਈ ਇਕਦਾਮਾਤ ਕੀਤੇ ਜਾਣ ਜਿੰਦੇ ਵਾਸਤੇ ਸਾਡੀਆਂ ਜਾਨਾਂ ਤੇ ਸਾਡੇ ਮਵੈਸ਼ੀਆਂ ਨੂੰ ਕੋਈ ਇਕਦਾਮਾਤ ਸਾਡੇ ਵਾਸਤੇ ਕੀਤੇ ਜਾਵਣ, ਸਾਨੂੰ ਮਹਿਫੂਜ਼ ਰੱਖਿਆ ਜਾਵੇ ਪਾਣੀ ਦੀ ਬਲਾ ਤੋਂ। जी बिल्कुल, वो कहते हैं कि इन्हों के जोड़े हफाजती इकदामात वास्ते पेशगी इकदामात किए जावन और सैलाबी सूरत हाल अगर बिगड़ जाती है तो फिर इंतजामिया वालों जो साढ़े नाल तावन किया जाए। मजीद और भी देहाती ने उन्होंने गल करांगे। तुसीं की कहोगे? ਇੱਥੇ ਜੀ ਲੱਗਾ ਤਕਰੀਬਨ ਚੰਦਾ ਸਿੰਘ ਤੇ ਬਸਤੀ ਸੈਫਲੀਆਂ ਦੇ ਦਰਮਿਆਨ ਦੇ ਵਿੱਚ ਕਟਾਓ ਲੱਗਾ ਹੈਗਾ। ਤਕਰੀਬਨ ਇੱਥੋਂ ਤੇ ਇੰਡੀਆ ਦਾ ਫਾਸਲਾ ਤਕਰੀਬਨ 3 ਕਿਲੋਮੀਟਰ ਹੈਗਾ। ਤਕਰੀਬਨ ਜਿਹੜਾ ਮੇਨ ਰਸਤਾ ਅੱਗੇ ਤੇ ਕੋਈ 13-14 ਦਿਹਾਤ ਨੇ ਜਿਨ੍ਹਾਂ ਦਾ ਰਸਤਾ ਬਿਲਕੁਲ ਕੱਟ ਅੱਪ ਹੋ ਜਾਣਾ, ਸੜਕ ਵੀ ਜਿਹੜੀ ਢਹਿ ਜਾਣੀ ਹੈਗੀ। ਲਿਹਾਜ਼ਾ ਇਹਨੇ ਪੱਥਰ ਲਾ ਕੇ ਪਹਿਲਾਂ ਹੀ ਬੰਦੋਬਸਤ ਕੀਤਾ ਜਾਂ ਫਲੱਡ ਆਉਣ ਤੋਂ ਪਹਿਲਾਂ ਤੇ ਬਿਹਤਰੀ ਹੋ ਸਕਦੀ ਹੈ। ਜੀ ਬਿਲਕੁਲ, ਦਰਿਆ ਦੇ ਨਾਲ ਜਿਹੜੇ ਸੜਕਾਂ ਦਾ ਜਿੱਥੋਂ ਕਟਾਓ ਹੁੰਦਾ ਹੈ ਉਹ ਸੜਕਾਂ ਸੋਲੰਗ ਵਗੈਰਾ ਉਹ ਤਮੀਰ ਕੀਤੇ ਜਾਵਣ, ਇਹ ਵੀ ਦਿਹਾਤੀਆਂ ਦਾ ਮੁਤਾਲਬਾ ਹੈ। ਇੱਕ ਹੋਰ ਦਿਹਾਤੀ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ। ਤੁਸੀਂ ਕੀ ਕਹੋਗੇ ਜੀ? ਸਲਾਮ ਅਲੈਕੁਮ ਜੀ, ਮੈਂ ਪਿੰਡ ਚੰਦਾ ਸਿੰਘ ਤੋਂ ਬੋਲਣਾ ਪਿਆ। ਦਰਿਆ ਦੇ ਕਿਨਾਰੇ ਤੇ ਅਸੀਂ ਖਲੇ ਹੁਣ ਮਾੜਾ ਚੰਗਾ ਪਾਣੀ ਆਇਆ। ਜਦੋਂ ਪਾਣੀ ਆਉਂਦਾ ਨਹੀਂ ਤਾਂ ਸਾਡੇ ਝੋਨੇ ਮਾਰੇ ਜਾਂਦੇ ਨੇ, ਮਕਈਆਂ ਮਾਰੀਆਂ ਜਾਂਦੀਆਂ, ਕਮਾਦ ਵੀ ਮਾਰੇ ਜਾਂਦੇ ਨੇ ਤੇ ਬਕਾਇਆ ਸਾਡੇ ਮਕਾਨ ਵੀ ਡਿੱਗ ਪੈਂਦੇ ਨੇ ਤੇ ਆਉਂਦੇ ਨੇ ਲਿਖ ਕੇ ਲਈ ਜਾਂਦੇ, ਦੇਂਦੇ ਲੈਂਦੇ, ਕਿਸੇ ਨੂੰ ਕੋਈ ਸ਼ੈ ਨਹੀਂ ਦੀ। ਤੇ ਅਸੀਂ ਇਹ ਅਪੀਲ ਕਰਨੇ ਆ ਜੀ ਆਣ ਕੇ ਸਾਡਾ ਕੋਈ ਨਾ ਕੋਈ ਇੰਤਜ਼ਾਮ ਗੌਰਮੈਂਟ ਨੂੰ ਕਰਨਾ ਚਾਹੀਦਾ। ਜੀ ਬਿਲਕੁਲ, ਇੱਥੋਂ ਦੇ ਦਿਹਾਤੀਆਂ ਦਾ ਜਿਹੜਾ ਉਹ ਕਹਿਣਾ ਇਹੋ ਹੀ ਹੈ ਕਿ ਜਦੋਂ ਵੀ ਸੈਲਾਬ ਆਉਂਦਾ ਹੈ ਫਸਲਾਂ ਤਬਾਹ ਹੋ ਜਾਂਦੀਆਂ ਨੇ, ਮਕਾਨ ਡਿੱਗ ਪੈਂਦੇ ਨੇ, ਇੱਥੇ ਲਿਖਤ ਪੜਤ ਕਰਕੇ ਲੈ ਜਾਂਦੇ ਨੇ, ਕਾਗਜ਼ੀ ਕਾਰਵਾਈ ਮੁਕੰਮਲ ਕਰ ਲਈ ਜਾਂਦੀ ਹੈ, ਨਾ ਹੀ ਆਫਤ ਜ਼ਤਾ ਡਿਕਲੇਅਰ ਕੀਤਾ ਜਾਂਦਾ ਔਰ ਨਾ ਹੀ ਜਿਹੜੀ ਸਾਡੇ ਲੱਖਾਂ ਰੁਪਈਆਂ ਦੀਆਂ ਤਬਾਹਸ਼ੁਦਾ ਫਸਲਾਂ ਹੁੰਦੀਆਂ ਨੇ ਉਹਨਾਂ ਦਾ ਮੁਆਵਜ਼ਾ ਵੀ ਨਹੀਂ ਦਿੱਤਾ ਜਾਂਦਾ। ਜਿਹੜੇ ਲੱਖਾਂ ਤੇ ਕਰੋੜਾਂ ਰੁਪਏ ਦਾ ਫੰਡ ਹੁੰਦਾ ਉਹ ਪਤਾ ਨਹੀਂ ਕਿੱਧਰ ਜਾਂਦਾ, ਉਹਦੇ 'ਚ ਕੀ ਖੁਰਦ-ਬੁਰਦ ਕੀਤੀ ਜਾਂਦੀ ਹੈ। ਦਿਹਾਤੀਆਂ ਨੇ ਇਲਜ਼ਾਮ ਲਾਇਆ ਕਿ ਹਕੂਮਤ ਹਰ ਵਾਰੀ ਜਿਹੜਾ ਹੈ ਨਾ ਉਹ ਸਾਡੇ ਨਾਂ 'ਤੇ ਪੈਸੇ ਲੈ ਕੇ ਤੇ ਖਾ ਜਾਂਦੇ ਨੇ। ਹਕੂਮਤੀ ਜਿਹੜੇ ਮਸ਼ੀਰ ਨੇ ਔਰ ਜਿਹੜੇ ਸਰਕਾਰੀ ਅਫਸਰਾਨ ਨੇ ਉਹ ਕਦੀ ਵੀ ਉਹਨਾਂ ਨੇ ਕਿਸਾਨਾਂ ਨੂੰ ਤੇ ਇੱਥੋਂ ਦੇ ਦਿਹਾਤੀਆਂ ਨੂੰ ਜਿਹੜਾ ਨਾ ਉਹ ਕੋਈ ਕਿਸੇ ਕਿਸਮ ਦਾ ਬਜਟ ਜਾਂ ਕਿਸੇ ਕਿਸਮ ਦਾ ਫੰਡ ਜਿਹੜਾ ਉਹ ਨਹੀਂ ਪਹੁੰਚਾਇਆ ਜੀ।